ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਅੰਮ੍ਰਿਤਵੀਰ ਦੀ। ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ, ਪਰ ਇਸ ਸਭ ਦੇ ਵਿਚਾਲੇ ਸਿੰਘੂ ਬਾਰਡਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਿਸਾਨ ਅੰਦੋਲਨ ਦੀ ਹਮਾਇਤ ਕਰਨ ਦੇ ਲਈ ਪਹੁੰਚੇ ਬਾਬਾ ਰਾਮ ਸਿੰਘ ਨੇ ਬਾਰਡਰ ਤੇ ਹੀ ਖੁਦਕੁਸ਼ੀ ਕਰ ਲਈ। ਕੀ ਬਣੇ ਕਾਰਨ, ਦੇਖੋ ਇਸ ਰਿਪੋर्ट ਤੇ ਰਾਹੀਂ। किसान दुखी ना होवे, आस्था ये कहता है कि खुश है, सुखी है किसान, ते सुखी है हिंदुस्तान। ਇਹ ਨੇ ਸਿੰਘੜੇ ਵਾਲੇ ਬਾਬਾ ਰਾਮ ਸਿੰਘ ਜੋ ਕਈ ਦਿਨਾਂ ਤੋਂ ਸਿੰਘੂ ਬਾਰਡਰ ਤੇ ਕਿਸਾਨਾਂ ਦੇ ਧਰਨੇ ਦੇ ਵਿੱਚ ਸ਼ਾਮਲ ਹੋ ਰਹੇ ਸਨ। ਇਹ ਬੁੱਧਵਾਰ ਸਵੇਰ ਦੀਆਂ ਤਸਵੀਰਾਂ ਨੇ, ਪਰ ਸੂਰਜ ਢਲਣ ਦੇ ਨਾਲ ਹੀ ਮਿਲੀ ਉਹਨਾਂ ਦੀ ਮੌਤ ਦੀ ਖਬਰ ਨੇ ਪੂਰੇ ਅੰਦੋਲਨ ਦੇ ਵਿੱਚ ਮਾਤਮ ਦਾ ਮਾਹੌਲ ਭਰ ਦਿੱਤਾ। ਬਾਬਾ ਰਾਮ ਸਿੰਘ ਨੇ ਖੁਦ ਨੂੰ ਗੋਲੀ ਮਾਰ ਲਈ ਤੇ ਖੁਦਕੁਸ਼ੀ ਕਰ ਲਈ ਗਈ। ਉਹਨਾਂ ਦੀ ਲਾਸ਼ ਕੋਲੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ, ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਕਿਸਾਨਾਂ ਦਾ ਦੁੱਖ ਵੇਖਿਆ, ਆਪਣੇ ਹੱਕ ਲੈਣ ਦੇ ਲਈ ਸੜਕਾਂ ਤੇ ਰੁੜ ਰਹੇ ਨੇ। ਬਹੁਤ ਦਿਲ ਦੁਖਿਆ, ਸਰਕਾਰ ਨਿਆਂ ਨਹੀਂ ਦੇ ਰਹੀ। ਜ਼ੁਲਮ ਕਰਨਾ ਪਾਪ ਹੈ, ਜ਼ੁਲਮ ਸਹਿਣਾ ਵੀ ਪਾਪ ਹੈ। ਕਿਸੇ ਨੇ ਕਿਸਾਨਾਂ ਦੇ ਹੱਕ ਵਿੱਚ ਤੇ ਜ਼ੁਲਮ ਦੇ ਖਿਲਾਫ ਕੁਝ ਕੀਤਾ, ਕਈਆਂ ਨੇ ਸਨਮਾਨ ਵਾਪਸ ਕੀਤੇ, ਪੁਰਸਕਾਰ ਵਾਪਸ ਕਰਕੇ ਰੋਹ ਜਤਾਇਆ। ਦਾਸ ਕਿਸਾਨਾਂ ਦੇ ਹੱਕ ਵਿੱਚ ਸਰਕਾਰੀ ਜ਼ੁਲਮ ਦੇ ਰੋਸ ਵਿੱਚ ਖੁਦਕੁਸ਼ੀ ਕਰਦਾ ਹੈ। ਇਹ ਜ਼ੁਲਮ ਦੇ ਖਿਲਾਫ ਆਵਾਜ਼ ਹੈ ਤੇ ਕਿਰਤੀ ਕਿਸਾਨ ਦੇ ਹੱਕ ਦੇ ਵਿੱਚ ਆਵਾਜ਼ ਹੈ। ਵਾਹਿਗੁਰੂ ਜੀ का खालसा, वाहिगुरु जी की फतेह। किसान आंदोलन दिल्ली में लगातार आगे बढ़ता जा रहा है, लेकिन आज शाम को जो वहां से खबर आती है वो काफ़ी दुखद खबर है, क्योंकि करनाल के सिंगड़ा के संत बाबा राम सिंह नानकसर सिंगड़ा वाले उन्होंने सुसाइड कर लिया, खुदकुशी कर लिया। आप देख सकते हैं कि उन्हें उसके बाद वहां से जो है पानीपत के एक निजी हॉस्पिटल में लेकर जाया गया, जहां पर डॉक्टर्स ने उन्हें मृत घोषित कर दिया। बाबा राम सिंह की मौत तो बाद पूरे ਸਿੰਘੂ बार्डर ते माहौल गमगीन हो गया। अब उन्होंने जो भी लिखा है वो अभी पता चल जाएगा। महाराज ने फिर दोबारा से बोल रहे हैं, महाराज ने कुर्बानी दी है, महाराज ने शहीदी दी है, महाराज ने सुसाइड नहीं किया है। उधर बाबा राम सिंह के इस कदम के नाल किसानी अंदोलन दे विच एक गैर गंभीर चिंता भी पैदा हो गई है। जथेबंदियां वालों जिथे इस घटना बाबत दुख जताया जा रहा है, उत्थे सारियां नूं संजम दे नाल चलण दी अपील भी की जा रही है। ते ये बड़ी घाट वाली गल हुई है, क्योंकि महापुरुष जिन्ने इत्थे आए हुए ने तो साडा साथ दे रहे ने, उन्हां दे सिर ते तां अंदोलन चल रहा सारा। महापुरुषां ने लंगर लाए हुए ने और ਅਸੀਂ ਇਹ ਕਹਿੰਦੇ ਆ ਵੀ ਇਹ ਨਾ ਪੂਰਾ ਹੋਣੇ ਵਾਲਾ ਘਾਟਾ ਜਿਹੜਾ ਪਿਆ ਹੈਗਾ, ਇਸ ਤਰ੍ਹਾਂ ਦੀ ਬੇਨਤੀ ਕਰਾਂਗੇ ਇਦਾਂ ਦਾ ਕੋਈ ਸਟੈਪ ਨਾ ਚੁੱਕੇ। ਫਿਲਹਾਲ ਪੁਲਿਸ ਇਸ ਮਾਮਲੇ ਤੇ ਕਾਰਵਾਈ ਕਰ ਰਹੀ ਹੈ, ਪਰ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਇੱਕ ਵਾਰ ਤਾਂ ਦਿਲ ਪਸੀਜ ਕੇ ਰੱਖ ਦਿੰਦੀਆਂ ਨੇ। ਖੈਰ ਕੋਈ ਵੀ ਸੰਘਰਸ਼ ਹੋਵੇ, ਪਰ ਸਬਰ, ਸੰਤੋਖ ਤੇ ਸੰਜਮ ਦੇ ਨਾਲ ਹੀ ਜਿੱਤ ਮਿਲਦੀ ਹੈ। ब्यूरो रिपोर्ट, न्यूज़ 18 पंजाब। किसान दुखी ना होवे, आस्था ये कहता है कि खुश है, सुखी है किसान, ते सुखी। ਤਾਂ ਬਾਬਾ ਰਾਮ ਸਿੰਘ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਕਿਸਾਨਾਂ ਦਾ ਦੁੱਖ ਨਾ ਦੇਖਦਿਆਂ ਹੋਇਆਂ ਉਹਨਾਂ ਕਿਹਾ ਕਿ ਮੈਂ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ, ਪਰ ਇਸ ਖੁਦਕੁਸ਼ੀ ਤੋਂ ਬਾਅਦ ਕਿਸਾਨ ਅੰਦੋਲਨ ਦੇ ਵਿੱਚ ਹੁਣ ਕਈ ਤਰ੍ਹਾਂ ਦੇ ਜੋ ਪਹਿਲਾਂ ਤੋਂ ਹੀ ਚਿੰਤਾ ਬਣੀ ਹੋਈ ਸੀ, ਕਿਸਾਨ ਅੰਦੋਲਨ ਦਾ ਹੱਲ ਕਿਸ ਤਰ੍ਹਾਂ ਕੱਢਿਆ ਜਾਵੇ, ਹੁਣ ਮਾਮਲਾ ਹੋਰ ਪਾਸੇ ਵੀ ਜਾਂਦਾ ਨਜ਼ਰ ਆ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਬਾਬਾ ਰਾਮ ਸਿੰਘ ਜੀ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਤੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਵੱਖ-ਵੱਖ ਧਾਰਮਿਕ ਲੋਕਾਂ ਨੇ ਵੀ ਬਾਬਾ ਰਾਮ ਸਿੰਘ ਦੇ ਦੇਹਾਂਤ ਤੇ ਦੁੱਖ ਪ੍ਰਗਟਾਇਆ ਹੈ। ਸਿੰਘ ਜੀ ਸਿੰਘੜੇ ਵਾਲੇ ਬੜੇ ਪਿਆਰੇ ਮਨੁੱਖ ਸਨ ਤੇ ਬੜੀ ਦੁਖਦਾਈ, ਬੜੀ ਹਿਰਦੇ ਵੇਦਕ ਤੇ ਬੜੀ ਮੰਦਭਾਗੀ ਘਟਨਾ ਜਿਹੜੀ ਸੁਣਨ ਨੂੰ ਮਿਲੀ ਹੈ। ਸਰਕਾਰ ਨੂੰ ਇਸ ਘਟਨਾ ਤੋਂ ਸਬਕ ਸਿੱਖਣ ਦੀ ਬਹੁਤ ਵੱਡੀ ਜ਼ਰੂਰਤ ਹੈ। ਹਾਲਾਤ ਜਿਹੜੇ ਹੈ ਉਹ ਨਾਜ਼ੁਕ ਹੋਣਗੇ ਜੇ ਸਰਕਾਰ ਨੇ ਕਿਸਾਨਾਂ ਦੀ ਜਿਹੜੀ ਹੈ ਉਹ ਮੰਗ ਵੱਲ ਗੌਰ ਨਾ ਕੀਤੀ। ਬੜੇ ਅਫਸੋਸ ਨਾਲ ਔਰ ਦੁਖੀ ਹਿਰਦੇ ਨਾਲ ਇਸ ਗੱਲ ਦਾ ਪਤਾ ਚੱਲਿਆ ਕਿ ਸੰਤ ਰਾਮ ਸਿੰਘ ਜੀ ਸਿੰਘੜੇ ਵਾਲਿਆਂ ਨੇ ਕਿਸਾਨਾਂ ਦਾ ਦੁੱਖ ਦਰਦ ਨਾਲ ਸਾਂਝਾ अपने जीवन की शहादत दे दी। मैं समझता हाँ कि संत राम सिंह जी ਸਿੰਘੜੇ वाले इस वक्त इस 21वीं सदी के बड़ी महान आत्मा सन। गुरु करने वाला था, प्रेम ते सत्कार सी और गुरु प्रति पूरी तरह समर्पित सन। मैं सरकार को अपील करता कि इस महान शख्सियत का चलान कर जाना, शहादत पी जाना
ਇਹ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਫੌਰਨ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਕੇ ਇਹਦੀ ਸ਼ਹਾਦਤ ਨੂੰ ਦਾ ਪ੍ਰਵਾਨ ਕਰਨ। ਤੇ ਕਿਸਾਨੀ ਅੰਦੋਲਨ ਹੁਣ ਸਿਰਫ ਸੜਕਾਂ ਬਾਰਡਰਾਂ ਤੇ ਸੀਮਿਤ ਨਾ ਰਹਿ ਕੇ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਾ ਹੈ ਤੇ ਕਿਸਾਨੀ ਅੰਦੋਲਨ ਤੇ ਅੱਜ ਫਿਰ ਤੋਂ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਵੇਗੀ। ਸੜਕ ਖਾਲੀ ਕਰਵਾਉਣ ਤੇ ਪਾਈ ਗਈ ਪਟੀਸ਼ਨ ਤੇ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਖੇਤੀ ਕਾਨੂੰਨਾਂ ਦੇ ਖਿਲਾਫ ਪਾਈ ਗਈ ਪਟੀਸ਼ਨ ਤੇ ਵੀ ਸੁਣਵਾਈ ਕਰੇਗਾ। ਕਿਸਾਨ ਅੰਦੋਲਨ ਤੇ ਸੁਪਰੀਮ ਕੋਰਟ ਨੇ ਕੱਲ ਸੁਝਾਅ ਦਿੱਤਾ ਸੀ। ਮਾਮਲੇ ਦੇ ਹੱਲ ਲਈ ਕੋਰਟ ਨੇ ਕਮੇਟੀ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ। ਕਮੇਟੀ 'ਚ 8 ਕਿਸਾਨ ਜਥੇਬੰਦੀਆਂ ਨੂੰ ਪਾਰਟੀ ਬਣਾਉਣ ਦੀ ਇਜਾਜ਼ਤ ਵੀ ਦਿੱਤੀ ਸੀ, ਜਿਨ੍ਹਾਂ 'ਚ BKU ਰਾਕੇਸ਼ ਟਕੈਤ, BKU ਸਿੱਧੂਪੁਰ, BKU ਰਾਜੇਵਾਲ, BKU ਲੱਖੋਵਾਲ, ਜਮਹੂਰੀ ਕਿਸਾਨ ਸਭਾ, BKU ਡਕੌਂਦਾ, BKU ਦੁਆਬਾ ਤੇ ਕੁੱਲ ਹਿੰਦ ਕਿਸਾਨ ਫੈਡਰੇਸ਼ਨ, ਇਹਨਾਂ ਨੂੰ ਪਾਰਟੀ ਬਣਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਦੇ ਨਾਲ ਹੀ ਸਰਕਾਰ ਤੋਂ ਵੀ ਜਵਾਬ ਮੰਗਿਆ ਗਿਆ ਸੀ। ਕੇਂਦਰ ਸਰਕਾਰ ਸਣੇ ਪੰਜਾਬ ਅਤੇ ਹਰਿਆਣਾ ਸਰਕਾਰ ਤੋਂ ਵੀ ਜਵਾਬ ਮੰਗਿਆ ਗਿਆ ਸੀ ਤੇ ਅੱਜ ਇੱਕ ਵਾਰ ਫਿਰ ਤੋਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ। ਕਿਸਾਨੀ ਅੰਦੋਲਨ ਤੇ ਸੜਕਾਂ ਨੂੰ ਖਾਲੀ ਕਰਵਾਉਣ ਤੇ ਜੋ ਪਟੀਸ਼ਨ ਪਾਈ ਗਈ ਹੈ ਉਸ ਤੇ ਸੁਣਵਾਈ ਹੋਵੇਗੀ। ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਲਈ ਤਿਆਰ ਨਹੀਂ ਹੈ ਤੇ ਕਿਸਾਨ ਅੰਦੋਲਨ ਖਤਮ ਕਰਨ ਨੂੰ ਤਿਆਰ ਨਹੀਂ। ਕਰੀਬ 3 ਮਹੀਨਿਆਂ ਤੋਂ ਚੱਲ ਰਹੇ ਇਸ ਰੇੜਕੇ ਨੂੰ ਹੱਲ ਕਰਵਾਉਣ ਦੇ ਲਈ ਹੁਣ ਸੁਪਰੀਮ ਕੋਰਟ ਨੇ ਵੀ ਦਖਲ ਦੇ ਦਿੱਤਾ ਹੈ। ਬੁੱਧਵਾਰ ਨੂੰ ਪਟੀਸ਼ਨਾਂ ਤੇ ਪਹਿਲੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਇਸ ਰੇੜਕੇ ਨੂੰ ਜਲਦ ਖਤਮ ਕਰਨ ਦੇ ਲਈ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਹੈ। ਸੁਪਰੀਮ ਕੋਰਟ ਨੇ ਦਿੱਲੀ ਦੇ ਆਲੇ ਦੁਆਲੇ ਬੈਠੇ ਕਿਸਾਨ ਪ੍ਰਦਰਸ਼ਨਕਾਰੀਆਂ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਕਿ ਜੇ ਇਸ ਨੂੰ ਜਲਦ ਹੱਲ ਨਾ ਕੀਤਾ ਗਿਆ ਤਾਂ ਬਹੁਤ ਛੇਤੀ ਕੌਮੀ ਮਸਲਾ ਬਣ ਜਾਵੇਗਾ। ਚੀਫ ਜਸਟਿਸ ਆਫ ਇੰਡੀਆ ਨੇ ਜਨਰਲ ਸੋਲਿਸਿਟਰ ਤੁਸ਼ਾਰ ਮਹਿਤਾ ਨੂੰ ਕਿਹਾ ਕਿ ਮਿਸਟਰ ਮਹਿਤਾ, ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਕੀ ਕਰਨ ਦੀ ਸੋਚ ਰਹੇ ਹਾਂ। ਮਸਲੇ ਨੂੰ ਸੁਲਝਾਉਣ ਦੇ ਲਈ ਅਸੀਂ ਇੱਕ ਕਮੇਟੀ ਬਣਾਵਾਂਗੇ। ਇਸ ਵਿੱਚ ਭਾਰਤੀ ਕਿਸਾਨ ਯੂਨੀਅਨ, ਭਾਰਤ ਸਰਕਾਰ ਤੇ ਹੋਰ ਕਿਸਾਨ ਜਥੇਬੰਦੀਆਂ ਸ਼ਾਮਲ ਹੋਣਗੀਆਂ। ਅਸੀਂ ਬਾਕੀ ਕਿਸਾਨ ਜਥੇਬੰਦੀਆਂ ਨੂੰ ਵੀ ਇਸ ਕਮੇਟੀ ਦਾ ਮੈਂਬਰ ਬਣਨ ਦੇ ਲਈ ਕਹਾਂਗੇ ਕਿਉਂਕਿ ਇਹ ਛੇਤੀ ਹੀ ਇੱਕ ਕੌਮੀ ਮਸਲਾ ਬਣ ਜਾਵੇਗਾ। ਤਾਂ ਦੇਸ਼ ਦੀ ਸਰਵਉੱਚ ਅਦਾਲਤ ਵੀ ਇਸ ਮਸਲੇ ਨੂੰ ਕਮੇਟੀ ਮਤਲਬ ਗੱਲਬਾਤ ਦੇ ਜ਼ਰੀਏ ਹੱਲ ਕਰਨ ਦੇ ਲਈ ਕਹਿ ਰਹੀ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਸਮੇਤ ਪੰਜਾਬ, ਹਰਿਆਣਾ, ਦਿੱਲੀ ਤੇ ਯੂਪੀ ਸਰਕਾਰ ਨੂੰ ਵੀ ਨੋਟਿਸ ਜਾਰੀ ਕੀਤਾ ਹੈ ਤੇ ਕਿਸਾਨ ਜਥੇਬੰਦੀਆਂ ਨੂੰ ਵੀ ਮਾਮਲੇ ਵਿੱਚ ਪਾਰਟੀ ਬਣਾਉਣ ਦੇ ਲਈ ਮਨਜ਼ੂਰੀ ਦਿੱਤੀ ਹੈ। ਸੁਪਰੀਮ ਕੋਰਟ ਦੇ ਇਸ ਪ੍ਰਸਤਾਵ ਦਾ ਭਾਜਪਾ ਆਗੂਆਂ ਦੇ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ। ਉਹ ਵੀ ਚਾਹੁੰਦੇ ਨੇ ਕਿ ਹਾਂ ਜਾਂ ਨਾ ਦੇ ਵਿਚਾਲੇ ਲਮਕੇ ਇਸ ਮਸਲੇ ਨੂੰ ਕਮੇਟੀ ਬਣਾ ਕੇ ਹੱਲ ਕੀਤਾ ਜਾਵੇ। माननीय सुप्रीम कोर्ट ने इसके बारे में जो फैसला किया है आज, वो उन्होंने कहा है कि कमेटी बनाना चाहते हैं जिसमें भारत सरकार के, किसान यूनियंस के, स्टेट्स के सभी रिप्रेजेंटेटिव हों और एक नेशनल इशू बनने वाला है। इस फैसले का स्वागत है। कल इसकी डेट उन्होंने डाली है। इस पर जो भी फैसला होगी सरकार सभी लोग मानेंगे, मानना चाहिए। उधर किसानों ने कहा कि साडी नैतिक जित है ਤੇ ਜੇਕਰ ਕਮੇਟੀ ਬਣਦੀ ਵੀ ਹੈ ਤਾਂ ਉਹਨਾਂ ਦਾ ਅੰਦੋਲਨ ਜਾਰੀ ਰਹੇਗਾ। ਸਾਡੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਹੋਣੇ ਚਾਹੀਦੇ ਨੇ, ਖੇਤੀਬਾੜੀ ਬੁੱਧੀਜੀਵੀ ਹੋਣੀ ਚਾਹੀਦੇ ਨੇ, ਜਿਵੇਂ ਕਿ ਆਪਣੇ ਜਿੰਨੀਆਂ ਵੀ ਖੇਤੀਬਾੜੀ ਦੀਆਂ ਯੂਨੀਵਰਸਿਟੀਆਂ ਨੇ ਆਪਣੇ ਸਾਰੇ ਸਟੇਟਾਂ 'ਚ ਨੇ ਤਕਰੀਬਨ ਇਹਨਾਂ ਦੇ ਜਿਹੜੇ ਵਾਈਸ ਚਾਂਸਲਰ ਨੇ ਜਾਂ ਜਿਹੜੇ ਵਧੀਆ ਬੰਦੇ ਨੇ ਜਿਵੇਂ ਵਕੀਲ ਨੇ, ਆਪਣੇ ਸੁਪਰੀਮ ਕੋਰਟ ਦੇ ਰਿਟਾਇਰ ਜੱਜ ਵੀ ਨੇ, ਜਾਂ ਕੋਈ ਜਿਹੜੇ ਸਰਕਾਰ ਦੇ ਖੇਤੀਬਾੜੀ ਬਾਰੇ ਜਾਣਦੇ ਨੇ, ਵਧੀਆ ਮੰਤਰੀ ਨੇ, ਨੀਤ ਅਤੇ ਨੀਤੀ ਸਾਫ਼ ਨਾਲ ਇਹ ਕਮੇਟੀ ਬਣ ਜੇ, ਹੋ ਸਕਦਾ ਹੈ ਇਹਦੇ ਨਾਲ ਸਾਡਾ ਮਤਲਬ ਸਾਨੂੰ ਜ਼ਿਮੀਂਦਾਰ ਨੂੰ ਫਾਇਦਾ ਹੋ ਜੇ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਵੀਰਵਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਫਿਰ ਸੁਣਵਾਈ ਹੋਣ ਜਾ ਰਹੀ ਹੈ। ਸੁਪਰੀਮ ਕੋਰਟ ਨੇ ਕਮੇਟੀ ਬਣਾਉਣ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵੀ ਕਮੇਟੀ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਸੀ ਕਿ ਉਹਨਾਂ ਨੂੰ ਸਰਕਾਰ ਦੀਆਂ ਕਮੇਟੀਆਂ ਤੇ ਭਰੋਸਾ ਨਹੀਂ ਹੈ। ਹੁਣ ਦੁਬਾਰਾ ਕਿਸਾਨਾਂ ਅੱਗੇ ਕਮੇਟੀ ਦਾ ਪ੍ਰਸਤਾਵ ਹੈ, ਪਰ ਇਸ ਵਾਰ ਸੁਪਰੀਮ ਕੋਰਟ ਦਾ ਪ੍ਰਸਤਾਵ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਸੁਪਰੀਮ ਕੋਰਟ ਦੇ ਵੱਲੋਂ ਜੋ ਸੁਝਾਅ ਦਿੱਤੇ ਗਏ ਨੇ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ ਹੈ। ਕੋਰਟ ਦੇ ਫੈਸਲੇ ਦਾ ਵੀ ਸਵਾਗਤ ਕੀਤਾ ਗਿਆ ਤੇ ਉੱਥੇ ਇਹ ਵੀ ਸਵਾਲ ਖੜੇ ਕੀਤੇ ਗਏ ਨੇ ਕਿ ਆਖਿਰ ਸੁਪਰੀਮ ਕੋਰਟ ਨੂੰ ਦਖਲ ਦੇਣ ਦੀ ਜ਼ਰੂਰਤ ਹੀ ਕਿਉਂ ਪਈ, ਕਿਉਂ ਸਰਕਾਰ ਆਪਣੇ ਪੱਧਰ ਤੇ ਮਸਲੇ ਦਾ ਹੱਲ ਨਹੀਂ ਕਰ ਪਾਈ। ਇਸ ਤਰ੍ਹਾਂ ਕੇਂਦਰ ਸਰਕਾਰ ਨੇ ਆਪਣਾ ਵਕਾਰ ਬਣਾ ਲਿਆ, ਅੜੀਅਲ ਹਠੀ ਰਵੱਈਆ ਅਖਤਿਆਰ ਕਰ ਲਿਆ
ਔਰ ਕੋਸ਼ਿਸ਼ ਆ ਕੇਂਦਰ ਸਰਕਾਰ ਦੀ ਵੀ ਅਸੀਂ ਲੋਕਾਂ ਨੂੰ ਥਕਾ ਲਾਂਗੇ, ਅਕਾ ਲਾਂਗੇ, ਲਮਕਾਉਣ ਦੀ ਪਾਲਿਸੀ ਤੇ ਚੱਲੀ ਆ। ਇਹ ਖਤਰਨਾਕ ਖੇਡ ਆ ਕਿ ਅੱਜ ਮਾਨਯੋਗ ਉੱਚ ਅਦਾਲਤ ਨੇ ਜਿਹੜਾ ਸੁਝਾਅ ਦਿੱਤਾ ਇਹ ਮੰਨ ਲੈਣਾ। ਸੁਪਰੀਮ ਕੋਰਟ ਜਾਂ ਦੇਸ਼ ਦੀ ਹੋਰ ਕੋਈ ਵੀ ਅਦਾਲਤ ਉਦੋਂ ਇੰਟਰਫੀਅਰ ਕਰਦੀ ਆ, ਉਦੋਂ ਜਿਹੜਾ ਕੋਈ ਐਕਸ਼ਨ ਲੈਂਦੀ ਆ ਜਦੋਂ ਸਰਕਾਰਾਂ ਫੇਲ ਹੋ ਰਹੀਆਂ ਨੇ। ਮੈਂ ਸਮਝਦਾ ਦੇਸ਼ ਦੀ ਬੀਜੇਪੀ ਸਰਕਾਰ ਬੁਰੀ ਤਰ੍ਹਾਂ ਫੇਲ ਆ, ਮੋਦੀ ਸਾਹਿਬ ਬੁਰੀ ਤਰ੍ਹਾਂ ਫੇਲ ਹੋਏ ਨੇ, ਪੰਜਾਬ ਦੇ ਮੁੱਖ ਮੰਤਰੀ, ਹਰਿਆਣੇ ਦੇ ਮੁੱਖ ਮੰਤਰੀ ਬੁਰੀ ਤਰ੍ਹਾਂ ਫੇਲ ਹੋਏ ਨੇ। ਇਹਨਾਂ ਨੇ ਆਪਣੇ ਫਰਜ਼ ਨਹੀਂ ਨਿਭਾਏ, ਨਾ ਪੰਜਾਬ ਦੇ ਮੁੱਖ ਮੰਤਰੀ ਦੇ ਫਰਜ਼ ਨਿਭਾਇਆ, ਨਾ ਹਰਿਆਣੇ ਦੇ ਮੁੱਖ ਮੰਤਰੀ ਨੇ ਫਰਜ਼ ਨਿਭਾਇਆ, ਨਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਫਰਜ਼ ਨਿਭਾਇਆ। ਚਾਹੀਦਾ ਇਹ ਸੀਗਾ ਕਿ ਹੁਣ ਤੱਕ ਇਹ ਕਿਸਾਨ ਸੰਘਰਸ਼ ਇੱਥੇ ਤੱਕ ਪਹੁੰਚਦੇ ਹੀ ਨਾ। ਜੇਕਰ ਮੈਂ ਸਮਝਦਾ ਕਿਸਾਨਾਂ ਨੂੰ ਬੁਲਾ ਕੇ ਸਾਰੇ ਕਿਸਾਨਾਂ ਦੇ ਜਿਹੜੇ ਗਿਲੇ ਸ਼ਿਕਵੇ ਦੀ ਉਹ ਦੂਰ ਕੀਤੇ ਜਾਂਦੇ, ਤਿੰਨੇ ਕਾਲੇ ਕਾਨੂੰਨ ਵਾਪਸ ਹੋ ਜਾਂਦੇ। ਉਧਰ ਕਾਂਗਰਸੀ ਵਿਧਾਇਕ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਇਸ ਮਸਲੇ ਦਾ ਕਾਨੂੰਨੀ ਹੱਲ ਨਹੀਂ ਹੈ, ਇਹ ਲੋਕਾਂ ਦੀਆਂ ਭਾਵਨਾਵਾਂ ਦੀ ਗੱਲ ਹੈ ਤੇ ਬੀਜੇਪੀ ਨੇ ਜਾਣਬੁੱਝ ਕੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਵਾਈ ਹੈ। ਇਹ ਜਾਣਬੁੱਝ ਕੇ ਬੀਜੇਪੀ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਕੀਤਾ ਹੈ ਤਾਂ ਕਿ ਕਿਸਾਨਾਂ ਦੇ ਖਿਲਾਫ ਮਿਲੀ ਭਗਤ ਦੇ ਨਾਲ ਸੁਪਰੀਮ ਕੋਰਟ ਨੂੰ ਮਿਸਗਾਈਡ ਕਰਕੇ ਇੱਕ ਆਰਡਰ ਕਰਵਾ ਲਿਆ ਜਾਏ ਤੇ ਜ਼ਬਰਦਸਤੀ ਕਿਸਾਨਾਂ ਦੀ ਮੂਵਮੈਂਟ ਨੂੰ ਫੇਲ ਕੀਤਾ ਜਾਏ। ਇਹ ਲੋਕ ਅੰਦੋਲਨ ਹੈ। ਲੋਕ ਅੰਦੋਲਨ ਦੇ ਵਿੱਚ ਇਹ ਲੋਕ ਮੁੱਦੇ ਲੋਕਾਂ ਨਾਲ ਬੈਠ ਕੇ ਹੱਲ ਕਰਨੇ ਚਾਹੀਦੇ ਹੈ। ਇਹ ਲੋਕ ਮੁੱਦਿਆਂ ਦੇ ਉੱਪਰ ਸਰਕਾਰੀ ਜਾਂ ਕਾਨੂੰਨ ਦਾ ਡੰਡਾ ਇਹ ਕਦੀ ਵੀ ਵਾਰਾ ਨਹੀਂ ਖਾਂਦਾ। ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਤੇ ਬਾਲੀਵੁੱਡ ਐਕਟਰ ਸਨੀ ਦਿਓਲ ਦੀ ਸੁਰੱਖਿਆ ਵਧਾ ਦਿੱਤੀ ਹੈ। ਸਨੀ ਦਿਓਲ ਨੂੰ ਹੁਣ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ, ਯਾਨੀ ਹੁਣ ਸਨੀ ਦਿਓਲ ਦੇ ਨਾਲ ਕੇਂਦਰੀ ਸੁਰੱਖਿਆ ਬਲਾਂ ਦੀ ਟੀਮ ਮੌਜੂਦ ਰਹੇਗੀ। ਸਨੀ ਦਿਓਲ ਨੇ ਆਪਣੀ ਐਕਟਿੰਗ ਦੇ ਨਾਲ ਬਾਲੀਵੁੱਡ ਦੇ ਵਿੱਚ ਲੋਹਾ ਮਨਵਾਇਆ, ਰਾਜਨੀਤੀ ਦੇ ਵਿੱਚ ਆਉਂਦਿਆਂ ਹੀ ਜਿੱਤ ਦਾ ਝੰਡਾ ਲਹਿਰਾਇਆ। ਪਰ ਹੁਣ ਖਦਸ਼ਾ ਹੈ ਕਿ ਸਨੀ ਦਿਓਲ ਦੀ ਜਾਨ ਨੂੰ ਖਤਰਾ ਹੈ। यही वजह है कि गृह मंत्रालय वालों सनी दिओल ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਹੁਣ ਉਹਨਾਂ ਦੇ ਨਾਲ ਕੇਂਦਰੀ ਸੁਰੱਖਿਆ ਬਲਾਂ ਦੀ ਇੱਕ ਟੀਮ ਹਮੇਸ਼ਾ ਮੌਜੂਦ ਰਹੇਗੀ। ਸਨੀ ਦਿਓਲ ਨੂੰ ਇਹ ਸੁਰੱਖਿਆ ਉਹਨਾਂ ਦੀ ਜਾਨ ਨੂੰ ਖਤਰੇ ਨੂੰ ਵੇਖਦੇ ਹੋਏ ਵਧਾਈ ਗਈ ਹੈ। ਗ੍ਰਹਿ ਮੰਤਰਾਲੇ ਨੇ ਆਈਬੀ ਦੀ ਰਿਪੋਰਟ ਦਾ ਹਵਾਲਾ ਦਿੱਤਾ ਹੈ, ਜਿਸ ਦੇ ਵਿੱਚ ਸਨੀ ਦਿਓਲ ਦੀ ਥ੍ਰੈਟ ਪਰਸੈਪਸ਼ਨ ਦੀ ਗੱਲ ਕਹੀ ਗਈ ਹੈ। ਇਸ ਦੇ ਆਧਾਰ ਤੇ ਸਨੀ ਦਿਓਲ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਸੁਰੱਖਿਆ ਦੇ ਤਹਿਤ ਸਨੀ ਦਿਓਲ ਦੇ ਨਾਲ 11 ਜਵਾਨ ਤੇ 2 ਪੀਐਸਓ ਮੌਜੂਦ ਰਹਿਣਗੇ। ਇਸ ਦੇ ਇਲਾਵਾ ਕਿਹਾ ਜਾ ਰਿਹਾ ਹੈ ਕਿ ਸਨੀ ਦਿਓਲ ਜੋ ਗੁਰਦਾਸਪੁਰ ਤੋਂ ਸੰਸਦ ਮੈਂਬਰ ਨੇ ਤੇ ਗੁਰਦਾਸਪੁਰ ਪਾਕਿਸਤਾਨ ਸਰਹੱਦ ਦੇ ਨੇੜੇ ਪੈਂਦਾ ਹੈ। ਅਜਿਹੇ ਚ ਉਹਨਾਂ ਦੀ ਜਾਨ ਨੂੰ ਖਤਰਾ ਲਗਾਤਾਰ ਬਣਿਆ ਰਹਿੰਦਾ ਹੈ। ਸਨੀ ਦਿਓਲ ਦੀ ਸੁਰੱਖਿਆ ਦੇ ਵਿੱਚ ਵਾਧਾ ਉਸ ਵੇਲੇ ਕੀਤਾ ਗਿਆ ਜਦੋਂ ਪੰਜਾਬ ਦੇ ਵਿੱਚ ਕਿਸਾਨ ਕੇਂਦਰ ਸਰਕਾਰ ਦੇ ਖਿਲਾਫ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਕਰ ਰਹੇ ਨੇ। ਦਿੱਲੀ ਦੇ ਬਾਰਡਰਾਂ ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ। ਇਹਨਾਂ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੀ ਗਿਣਤੀ ਜ਼ਿਆਦਾ ਹੈ। ਹਾਲ ਹੀ 'ਚ ਕਿਸਾਨ ਜਥੇਬੰਦੀਆਂ ਨੇ ਬੀਜੇਪੀ ਦੇ ਸੰਸਦਾਂ ਦਾ ਘਿਰਾਓ ਕਰਨ ਦੀ ਗੱਲ ਵੀ ਕਹੀ ਸੀ। ਦੱਸਦੇ ਕਿ ਹਾਲ ਹੀ ਦੇ ਵਿੱਚ ਸਨੀ ਦਿਓਲ ਨੇ ਟਵੀਟ ਕਰਕੇ ਕਿਸਾਨਾਂ ਨੂੰ ਅੰਦੋਲਨ ਸਮਾਪਤ ਕਰਨ ਦੀ ਗੱਲ ਕਹੀ ਸੀ ਤੇ ਸਰਕਾਰ ਨੂੰ ਕਿਸਾਨਾਂ ਦੇ ਨਾਲ ਦੱਸਿਆ ਸੀ। ਸਨੀ ਦਿਓਲ ਨੇ ਟਵੀਟ ਕਰਦੇ ਹੋਏ ਲਿਖਿਆ ਸੀ, ਮੈਂ ਪੂਰੀ ਦੁਨੀਆ ਨੂੰ ਇਹ ਅਪੀਲ ਕਰਦਾ ਹਾਂ ਕਿ ਇਹ ਸਾਡੇ ਕਿਸਾਨਾਂ ਤੇ ਸਰਕਾਰ ਦੇ ਵਿਚਕਾਰ ਦਾ ਮਾਮਲਾ ਹੈ, ਕਿਉਂਕਿ ਚਰਚਾ ਦੇ ਬਾਅਦ ਦੋਵੇਂ ਜ਼ਰੂਰ ਰਸਤਾ ਕੱਢ ਲੈਣਗੇ। ਮੈਂ ਜਾਣਦਾ ਹਾਂ ਕਿ ਕਈ ਲੋਕ ਇਸ ਦਾ ਫਾਇਦਾ ਉਠਾਉਣਾ ਚਾਹੁੰਦੇ ਨੇ ਤੇ ਉਹ ਸਮੱਸਿਆ ਖੜੀ ਕਰ ਰਹੇ ਨੇ। ਉਹ ਕਿਸਾਨਾਂ ਦੇ ਬਾਰੇ ਨਹੀਂ ਸੋਚ ਰਹੇ, ਉਹਨਾਂ ਦਾ ਆਪਣਾ ਏਜੰਡਾ ਹੈ। ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਨੀ ਦਿਓਲ ਤੇ ਕਈ ਵਾਰ ਸਵਾਲੀਆ ਨਿਸ਼ਾਨ ਵੀ ਖੜੇ ਕੀਤੇ ਗਏ। ਖੈਰ ਮਾਮਲਾ ਜੋ ਵੀ ਹੋਵੇ, ਪਰ ਹੁਣ ਸਨੀ ਦਿਓਲ ਦੀ ਸੁਰੱਖਿਆ ਦੇ ਵਿੱਚ ਹਰ ਪਲ ਜਵਾਨ ਤੈਨਾਤ ਰਹਿਣਗੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। तो फिलहाल एक छोटे से ब्रेक के लिए रोकते हैं। ब्रेक तो उस पार भी खबरों का सिलसिला लगातार जारी रहेगा। ब्रेक तो बाद एक बार फिर तुहाडा स्वागत है। मैगी देश दे लई 2 मिनट CNN के सहयोग तो लॉन्च की गई है। एग्री चैलेंज एक अनूठा केस स्टडी चैलेंज है जिसने भारत के टॉप 26 कॉलेजां दे विच जो प्रतिभाशाली विद्यार्थी ने उन्होंने आकर्षित किया है। इस जिहड़े विद्यार्थी एग्री बिजनेस सैल्यूशन पेश करते हैं वो फार्म सैक्टर दे विच ज़्यादा सस्टेनेबल उस तो भी ज़्यादा फायदेमंद बनने दे विच मदद करेगा। तो हुण जबकि इस हफ्ते इसका ग्रैंड फिनाले होने वाला है तो नेस्ले इंडिया के चेयरमैन ते मैनेजिंग डायरैक्टर सुरेश नारायणन दे नाल गलबात की इसकी
ਜੋ ਪੂਰੀ ਰੂਪਰੇਖਾ ਹੈ ਉਹ ਸਮਝਣ ਦੀ ਕੋਸ਼ਿਸ਼ ਕੀਤੀ। ਆਓ ਸੁਣਦੇ ਹਾਂ ਉਹਨਾਂ ਕੀ ਕਿਹਾ। Maggi as a brand is very much linked to agriculture, and agriculture is also the segment of our economy which is the most important in terms of occupation and in terms of incomes for a large number of the farming community and the allied community. And therefore it is important that issues around agriculture be addressed with, and what better brand than Maggi to contribute in its own small way to good ideas coming into agriculture, and some of them hopefully, as we will see today, being implemented to a worthy cause. ਤੁਸੀਂ ਸਾਡੇ 2 ਹਿੱਸਿਆਂ ਦੇ ਗ੍ਰੈਂਡ ਫਿਨਾਲੇ ਨੂੰ ਜ਼ਰੂਰ ਦੇਖਿਓ, ਜਿਸ ਦੇ ਵਿੱਚ 3 ਟੀਮਾਂ 5 ਲੱਖ ਦੇ ਨਗਦ ਪੁਰਸਕਾਰ ਤੇ ਐਗਰੀ ਚੈਲੰਜ ਟਾਈਟਲ ਦੇ ਲਈ ਭਿੜਨਗੀਆਂ। ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਿਊਜ਼ 18 ਤੇ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।